ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਡਾਕਟਰ ਜਗਮੋਹਨ ਸਿੰਘ ਰਾਜੂ ਸਾਡੇ ਨਾਲ ਨੇ। ਬੀਜੇਪੀ ਦੇ ਸੀਨੀਅਰ ਲੀਡਰ ਨੇ ਔਰ ਰਿਟਾਇਰਡ ਆਈਐਸ ਆਫੀਸਰ ਨੇ। ਕਾਫੀ ਅਨੁਭਵ ਹੈ ਔਰ ਹੁਣ ਇਹਨਾਂ ਨੇ ਇੱਕ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਤਿਆਰ ਕੀਤੀ ਹੈ। ਭਗਵੰਤ ਮਾਨ ਸਰਕਾਰ ਨੂੰ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਦਿੱਤੀ ਜਾਊਗੀ, ਜਿਸ ਦੇ ਵਿੱਚ ਕਈ ਵੱਡੇ ਪਹਿਲੂ ਹੈ। ਖਾਸ ਕਰਕੇ ਨਸ਼ਿਆਂ ਦੀ ਜੇਕਰ ਗੱਲ ਕਰੀਏ, ਕਿਉਂਕਿ ਪੰਜਾਬ ਦੇ ਨਾਲ ਨਸ਼ਿਆਂ ਦਾ ਨਾਂ ਜੁੜਦਾ ਹੋਇਆ ਨਜ਼ਰ ਆਉਂਦਾ ਹੈ। ਰਾਜ ਸਾਹਿਬ, ਤੁਸੀਂ ਇੱਕ ਰਿਪਰੈਜ਼ੈਂਟੇਸ਼ਨ ਜਿਹੜੀ ਤਿਆਰ ਕੀਤੀ ਹੈ ਨਸ਼ਿਆਂ ਦੇ ਮਸਲੇ ਨੂੰ ਲੈ ਕੇ, ਕਿਉਂਕਿ ਪੰਜਾਬ ਦੇ ਨਾਲ ਕਿਹਾ ਜਾਂਦਾ ਹੈ ਕਿ ਨਸ਼ਿਆਂ ਦਾ ਨਾਂ ਹੁਣ ਜੁੜਦਾ ਹੋਇਆ ਨਜ਼ਰ ਆਉਂਦਾ ਹੈ ਕਿ ਯੁਵਾ ਪੀੜ੍ਹੀ ਜਿਹੜੀ ਹੈ ਨਸ਼ੇ ਦੀ ਗਰਤ ਦੇ ਵਿੱਚ ਆ ਰਹੀ ਹੈ। ਚਾਹੇ ਸਿੰਥੈਟਿਕ ਡਰੱਗਸ ਦੀ ਗੱਲ ਕਰੀਏ, ਹੋਰ ਡਰੱਗਸ ਦੀ ਗੱਲ ਕਰੀਏ, ਤੁਸੀਂ ਕਹਿ ਰਹੇ ਹੋ ਕਿ ਸ਼ਰਾਬ ਵੀ ਇੱਕ ਵੱਡਾ ਨਸ਼ਾ ਹੈ ਜਿਸ ਤੇ ਪਾਬੰਦੀ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਇਹ ਜੋ ਵੀ ਅਸੀਂ ਕਹਿ ਰਹੇ ਹਾਂ ਸਿਰਫ ਇੱਕ ਮੇਰਾ ਚਿਹਰਾ ਹੀ ਹੈ ਜੋ, ਲੇਕਿਨ ਜੋ ਆਵਾਜ਼ ਹੈ ਉਹ ਲੱਖਾਂ ਹੀ ਪੰਜਾਬੀਆਂ ਦੀ, ਜਿਨ੍ਹਾਂ ਨੂੰ ਸਪੈਸ਼ਲੀ ਮਹਿਲਾਵਾਂ ਦੀ, ਜਿਨ੍ਹਾਂ ਨੂੰ ਅਸੀਂ ਪਿਛਲੇ 11 ਦਿਨਾਂ 'ਚ ਮਿਲੇ ਹਾਂ ਔਰ ਜਿਨ੍ਹਾਂ ਨਾਲ ਅਸੀਂ ਇਹ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਗੱਲ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ, ਅਸੀਂ ਪ੍ਰਧਾਨ ਮੰਤਰੀ ਜੀ ਤੱਕ ਪਹੁੰਚਾਵਾਂਗੇ। ਇਸ ਲਈ ਅਸੀਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਏਮਸ ਜਿਹਨੂੰ ਕਹਿੰਦੇ ਬਠਿੰਡੇ 'ਚ ਬੈਠੇ ਸਾਂ, ਜਿੱਥੇ ਘੱਟੋ ਘੱਟ 5-7 ਡਾਕਟਰ ਹੈਡ ਆਫ ਦ ਡਿਪਾਰਟਮੈਂਟ ਸਾਰੇ ਸਨ ਔਰ ਕਈ ਨਸ਼ਿਆਂ ਵਾਲੇ ਮਰੀਜ਼ ਸਨ। ਉਹਨਾਂ ਨੇ ਵੀ ਇਹ ਗਿਆ ਔਰ ਉਹਨਾਂ ਨੇ ਕੋਟ ਅਨਕੋਟ ਉਹਨਾਂ ਦੇ HOD ਦੇ ਸ਼ਬਦ ਸਨ ਕਿ ਗੇਟਵੇ ਟੂ ਡਰੱਗਸ ਇਜ਼ ਲਿਕਰ, ਸ਼ਰਾਬ ਤੋਂ ਹੀ ਸ਼ੁਰੂ ਹੁੰਦਾ ਹੈ। ਔਰ ਇਸ ਲਈ ਆਪਾਂ ਨੂੰ ਡਿਫਰੈਂਸ਼ੀਏਟ ਕਰਨਾ ਕਿ ਆਹ ਨਸ਼ਾ ਮੋਡਰੇਟ, ਆਹ ਨਸ਼ਾ ਲੈ ਲਓ, ਆਹ ਨਸ਼ਾ ਛੱਡ ਦਿਓ, ਨਹੀਂ ਹੋਣਾ ਚਾਹੀਦਾ। ਅਪਰੋਚ ਸ਼ੁੱਡ ਬੀ ਕਿ ਸਾਰੇ ਹੀ ਨਸ਼ਿਆਂ ਦੇ ਉੱਤੇ ਆਪਾਂ ਨੂੰ ਰੈਗੂਲੇਸ਼ਨ ਲਗਾਉਣੀ ਹੀ ਲਗਾਉਣੀ ਹੈ। ਮਹਿਲਾਵਾਂ ਨੇ ਦੇਖੋ ਇੰਨੀ ਉਹਨਾਂ ਦੇ ਮਨ 'ਚ ਪੀੜ ਹੈ, ਦਰਦ ਹੈ ਕਿ ਮਾਵਾਂ ਨੇ ਸਾਨੂੰ ਆਪਣਾ ਸਰੀਰ ਦਿਖਾਏ ਇੱਦਾਂ ਕਰਕੇ, ਆ ਦੇਖੋ ਸਾਨੂੰ ਲਾਸਾਂ ਪਈਆਂ, ਸਾਡੇ ਆਪਣੇ ਬੱਚੇ ਕੁੱਟਦੇ ਨੇ। ਇੱਕ ਮਹਿਲਾ ਨੇ ਸਾਨੂੰ ਕਿਹਾ ਕਿ ਜੀ ਮੈਂ ਆਪਣੇ ਬੱਚੇ ਨੂੰ ਤੇਜ਼ਾਬ ਪਾ ਕੇ ਜਾਲ ਦਿਓ ਪਰ ਸਾਨੂੰ ਛੁਟਕਾਰਾ ਦਿਵਾਓ। ਸੋ ਇਸ ਤਰੀਕੇ ਦਾ ਜੋ ਇੰਟੈਂਸਿਟੀ ਹੈ ਔਰ ਮੈਗਨੀਟਿਊਡ ਹੈ, ਮਤਲਬ ਬਹੁਤ ਫੈਲੀ ਹੋਈ ਪ੍ਰੋਬਲਮ ਹੈ। ਇਹਨੂੰ ਜੇ ਆਪਾਂ ਹੋਰ ਇਗਨੋਰ ਕਰਦੇ ਜਾਵਾਂਗੇ ਤਾਂ ਸਾਡੇ ਲਈ ਬਹੁਤ ਵੱਡੀ ਮੁਸੀਬਤ ਖੜੀ ਹੋਣ ਵਾਲੀ ਹੈ। ਅੱਗੇ ਹੀ ਆਪਾਂ ਪੰਜਾਬ ਬੜੇ ਬੁਰਾ ਟਾਈਮ ਦੇਖ ਰਿਹਾ, ਪਰ ਹਾਲੇ ਹੋਰ ਵੱਧ ਸਕਦੀਆਂ ਪ੍ਰੋਬਲਮਾਂ ਜੇ ਆਪਾਂ ਠੋਸ ਕਦਮ ਨਹੀਂ ਲੈਂਦੇ। ਸਰ, ਤੁਸੀਂ ਕਿਹਾ ਤੁਸੀਂ ਦੌਰਾ ਕਰਕੇ ਆਏ ਹੋ, ਤੁਸੀਂ ਮਹਿਲਾਵਾਂ ਨੂੰ ਮਿਲਿਓ, ਕਿਹੜੀ ਥਾਂ ਤੇ ਗਏ, ਸਿਚੁਏਸ਼ਨ ਕੀ ਕਹਿੰਦੀ ਹੈ? ਕਿਉਂਕਿ ਅਸੀਂ ਵੀ ਕਈ ਵਾਰ ਜਦੋਂ ਫੀਲਡ ਦੇ ਵਿੱਚ ਜਾਂਦੇ ਹਾਂ, ਲੋਕਾਂ ਨੂੰ ਮਿਲਦੇ ਹਾਂ ਜਿਨ੍ਹਾਂ ਦੇ ਕੋਈ ਆਪਣਾ ਨਸ਼ਾ ਕਰ ਰਿਹਾ ਹੁੰਦਾ, ਦਰਦ ਵੇਖ ਕੇ ਲੱਗਦਾ ਹੈ ਕਿ ਹਾਂ ਇਹ ਜਿਹੜੀ ਬਿਮਾਰੀ ਹੈ ਇਸ ਨੂੰ ਸਭ ਤੋਂ ਪਹਿਲਾਂ ਜੜ ਤੋਂ ਖਤਮ ਕਰਨ ਦੀ ਲੋੜ ਹੈ। ਹਾਲਾਂਕਿ ਚੋਣਾਂ ਵੇਲੇ ਜ਼ਰੂਰ ਗੱਲ ਹੁੰਦੀ ਹੈ, ਹਾਲਾਂਕਿ ਹੁਣ ਜਿਹੜੀ ਨਵੀਂ ਸਰਕਾਰ ਆਈ ਹੈ ਉਸਨੇ ਜ਼ਰੂਰ ਕੁਝ ਇਸ ਤਰ੍ਹਾਂ ਦੇ ਵੱਡੇ ਸਟੈਪ ਲਿੱਤੇ ਨੇ ਕਿ ਕਹਿ ਸਕਦੇ ਹਾਂ ਕਿ ਨਸ਼ੇ ਦਾ ਲੱਕ ਭੰਨਣ ਦਾ ਕੰਮ ਜ਼ਰੂਰ ਕਰ ਰਹੇ ਨੇ, ਲੇਕਿਨ ਹਜੇ ਵੀ ਨਸ਼ਾ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਹੈਗਾ, ਯੂਥ ਉਸ ਦੀ ਗਰਤ ਦੇ ਵਿੱਚ ਆ ਰਿਹਾ। ਤੇ ਓਵਰਆਲ ਕੀ ਸਿਚੁਏਸ਼ਨ ਕੀ ਹੈ ਪੰਜਾਬ? ਤੁਸੀਂ ਇਹ ਕਹਿਣਾ ਜੀ ਕਿ ਅੱਜ ਦੀ ਸਰਕਾਰ ਕੁਝ ਕਦਮ ਲੈ ਰਹੀ ਹੈ, ਇਹ ਜਿਹੜੀ ਭਾਵਨਾ ਹੈ ਜਾਂ ਇਹ ਜਿਹੜਾ ਸੈਂਟੀਮੈਂਟ ਹੈ ਜਾਂ ਇਹ ਜਿਹੜਾ ਵਿਚਾਰ ਹੈ, ਇਹ ਪਿੰਡਾਂ ਔਰ ਲੋਕਾਂ ਦਾ ਜਿਹੜਾ ਆਮ ਮਤ ਹੈ ਉਹਦੇ ਨਾਲ ਸਹਿਮਤ ਨਹੀਂ, ਬਿਲਕੁਲ ਵੀ ਨਹੀਂ ਹੈ ਜੀ। ਔਰ ਕਿਉਂਕਿ ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ ਕਿਉਂਕਿ ਆਏ ਹਫਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਪ੍ਰੈਸ ਕਾਨਫਰੰਸ ਕਰਦੇ ਨੇ, ਉਹ ਵੇਰਵਾ ਦਿੰਦੇ ਨੇ, ਇੰਨੀ ਡਰੱਗਸ ਫੜੀ ਗਈ, ਇੰਨੇ ਮਾਮਲੇ ਫੜੇ ਗਏ, ਇੰਨੇ ਬੰਦੇ ਫੜੇ ਗਏ, ਇੰਨੇ ਕਿਲੋ ਹੈਰੋਇਨ ਆਈ ਸੀ, ਇੰਨੇ ਕਿਲੋ ਅਫੀਮ। ਇਸ ਕਰਕੇ ਕਹਿ ਰਿਹਾ ਸੀ ਕਿ ਲੱਗਦਾ ਹੈ ਕਿ ਹੁਣ ਸਰਕਾਰ ਔਰ ਪੁਲਿਸ ਜਿਹੜੀ ਹੈ ਉਹ ਸੰਜੀਦਗੀ ਨਾਲ ਇਸ ਦਿਸ਼ਾ ਦੇ ਵਿੱਚ ਕੰਮ ਕਰ ਰਹੀ ਹੈ। ਹਾਂ, ਦੇਖੋ ਫਿਰ ਇਸੇ ਲਈ ਮੈਂ ਕਹਿ ਰਿਹਾ ਸੀ ਆਪ ਜੀ ਨੂੰ ਕਿ ਮੈਂ ਇਹ ਆਪਣਾ ਕੋਈ ਪਰਸਨਲ ਵਿਊ ਨਹੀਂ ਇਸ 'ਤੇ ਦੇ ਰਿਹਾ। ਇਹ ਅਸੀਂ ਵਾਰ-ਵਾਰ ਪੁੱਛਿਆ ਵੀ ਤੇ ਲੋਕਾਂ ਨੇ ਬਗੈਰ ਪੁੱਛੇ ਖੁਦ ਹੀ ਕਿਹਾ ਕਿ ਜੀ ਤੁਸੀਂ ਇੱਥੇ ਦੇਖ ਲਓ। ਕਿਤੇ ਉਹਨਾਂ ਨੇ ਕਿਹਾ ਜੀ ਆਹ ਨਹਿਰ ਚੱਲ ਰਹੀ ਹੈ, ਇਹਦੇ ਨਾਲ ਤੁਸੀਂ ਜਾ ਕੇ ਦੇਖ ਲਓ। ਕਿਸੇ ਨੇ ਕਿਹਾ ਜੀ ਸਾਡੇ ਪਿੰਡਾਂ 'ਚ ਆ ਕੇ ਦੇਖ ਲਓ। ਉਹ ਬਾਕੀ ਤਾਂ ਗੱਲਾਂ ਛੱਡੋ, ਅਸੀਂ ਸਰਕਾਰੀ ਕਰਮਚਾਰੀਆਂ ਦੇ ਨਾਲ ਗੱਲ ਕੀਤੀ, ਉਹ ਖੁਦ ਹੀ ਕਹਿ ਰਹੇ ਨੇ ਜੀ ਕਿ ਜੀ ਦਿਖਾਵੇ ਲਈ ਕੁਝ ਹੋਰ ਹੈ, ਪਰ ਜਿਹੜਾ ਅਸਲੀ ਜਿਹੜਾ ਸਕੇਲ ਹੈ ਉਹ ਬਹੁਤ ਜ਼ਿਆਦਾ। ਅਸੀਂ ਕੋਈ ਇਹਦੇ 'ਤੇ ਔਰ ਦੇਖੋ ਇੱਥੋਂ ਤੱਕ ਸ਼ਬਦ ਯੂਜ਼ ਹੋਏ ਨੇ ਕਿ ਜੀ ਇੰਨਾ ਵੱਡਾ ਨੈਕਸਸ ਹੈ ਪ੍ਰਸ਼ਾਸਨ ਦੇ ਵਿੱਚ, ਪੁਲਿਸ ਦਾ, ਪੋਲੀਟੀਸ਼ੀਅਨ ਦਾ ਔਰ ਡਰੱਗਸ ਦਾ, ਕਿ ਜਿਹੜਾ ਕੰਮ ਅਸੀਂ ਸੋਚਦੇ ਹਾਂ ਕਿ ਹੋਣਾ ਚਾਹੀਦਾ ਬਿਲਕੁਲ ਨਹੀਂ ਹੋ ਰਿਹਾ ਜੀ। ਯਾਨੀ ਸਿਰਫ ਸਿਆਸਤ ਲਈ ਮਸਲਾ ਬਣ ਕੇ ਰਹਿ ਗਿਆ ਨਸ਼ਾ? ਸਿਆਸਤ ਲਈ ਤਾਂ ਬਣ ਹੀ ਗਿਆ ਜੀ, ਲੇਕਿਨ
ਆਮਦਨ ਦਾ ਵੀ ਜ਼ਰੀਆ ਬਣਿਆ ਹੋਇਆ ਹੈ ਜੀ ਕਿ ਜੋ ਆਪਾਂ ਇਹ ਡਰਗ ਇਕਨੋਮੀ ਚਲਾ ਰਹੇ ਹਾਂ ਆਫਟਰ ਆਲ ਇਹਦਾ ਪੈਸਾ ਕਿੱਥੇ ਤਾਂ ਲੱਗ ਰਿਹਾ ਹੋਏਗਾ ਨਾ ਜੀ ਉਹ ਕਿਹਦੇ ਕੋਲ ਲੱਗ ਰਿਹਾ ਹੋਏਗਾ ਮਤਲਬ ਉਹਦੀ ਇਨਵੈਸਟਮੈਂਟ ਕਿੱਥੇ ਹੁੰਦੀ ਹੈ ਲੋਕੀ ਇਹ ਦਿਖਾਉਂਦੇ ਨੇ ਜੀ ਉਹ ਫਲਾਨੀ ਜਗ੍ਹਾ ਜਾਓ ਉਹ 3 ਸਾਲਾਂ 'ਚ ਕਰੋੜਪਤੀ ਬਣ ਗਿਆ ਉਹ ਵਾਲਾ ਦੇਖੋ ਉਹਦੇ 3 ਗੱਡੀਆਂ ਖੜੀਆਂ ਕਰੋੜ ਰੁਪਏ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਖੜੀਆਂ ਹੈ ਇਹ ਸਾਰੇ ਲੋਕੀ ਬੋਲ ਰਹੇ ਨੇ ਤੇ ਇਸ ਫਿਰ ਪ੍ਰਸ਼ਾਸਨ ਨੂੰ ਕਿਵੇਂ ਨਹੀਂ ਪਤਾ ਹੈ ਜੀ ਦੂਸਰੀ ਗੱਲ ਇਹ ਦੇਖੋ ਤੁਸੀਂ ਆਂਦੇ ਹੀ ਇੱਕ ਅਨਾਉਂਸਮੈਂਟ ਕੀਤੀ ਕਿ ਕੋਈ ਤੁਹਾਡੇ ਤੋਂ ਰਿਸ਼ਵਤ ਲੈਂਦਾ ਜੀ ਤੇ ਸਾਨੂੰ ਵੀਡੀਓ ਭੇਜੋ ਜੀ ਪਰ ਹਜ਼ਾਰਾਂ ਲੋਕੀ ਉੱਥੇ ਨਸ਼ਾ ਕਰ ਰਹੇ ਨੇ ਉਹਨਾਂ ਦੀ ਵੀਡੀਓ ਕਿਉਂ ਨਹੀਂ ਮੰਗਵਾਉਂਦੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀਆਂ ਤੋ ਜੇ ਤੁਹਾਡੇ ਕਰਮਚਾਰੀ ਹੀ ਕਹਿ ਰਹੇ ਨੇ ਕਿ ਵੀ ਇਹ ਐਕਸ਼ਨ ਨਹੀਂ ਹੋ ਰਿਹਾ ਤੇ ਫਿਰ ਤਾਂ ਦਿਖਾਵਾ ਹੀ ਆਪਾਂ ਕਰ ਰਹੇ ਹਾਂ ਬਰਾਉਨੀ ਪੁਆਇੰਟ ਦਿਖਾ ਰਹੇ ਹਾਂ ਇੱਕ ਝਲਕ ਦਿਖਾ ਰਹੇ ਹਾਂ ਲੋਕਾਂ ਨੂੰ ਕਿ ਜੀ ਇਹ ਬੜਾ ਅਸੀਂ ਕੰਮ ਕਰ ਰਹੇ ਹਾਂ ਜੀ ਟਿਪੀਕਲ ਏਰੀਆ ਇਹ ਜਿਹੇ ਨੇ ਜਿਹੜੇ ਜ਼ਿਆਦਾ ਪ੍ਰਭਾਵਿਤ ਨੇ ਤੁਹਾਡੀ ਯਾਤਰਾ ਦੌਰਾਨ ਸੀ ਦਿਸ ਇਜ਼ ਅ ਵੈਰੀ ਇੰਟਰਸਟਿੰਗ ਕੁਐਸਚਨ ਯੂ ਆਰ ਆਸਕਿੰਗ ਬਟ ਅਸੀਂ ਇਸ ਤਰ੍ਹਾਂ ਦੇਖਦੇ ਸੀ ਕਿ ਆ ਇੱਥੇ ਪਹੁੰਚੇ ਆ ਇਹ ਵਸਟ ਹੋਣਾ ਹੈ ਅੱਗੇ ਜਾਂਦੇ ਸੀ ਉਹ ਕਹਿੰਦੇ ਨਹੀਂ ਜੀ ਇਹ ਤਾਂ ਉਹਦੇ ਤੋਂ ਵੀ ਮਾੜਾ ਅੱਗੇ ਜਾਓ ਤੇ ਉਹ ਹੋਰ ਵੀ ਮਾੜਾ ਮਤਲਬ ਕਹਿਣ ਦਾ ਮਤਲਬ ਹੈ ਸਾਰੀ ਹੀ ਜਗ੍ਹਾ ਮਾਝਾ ਮਾਲਵਾ ਦੁਆਬਾ ਤਿੰਨੋਂ ਇੱਕ ਬਰਾਬਰ ਜੀ ਔਰ ਪਿੰਡਾਂ ਦਾ ਬਹੁਤ ਬੁਰਾ ਹਾਲ ਹੈ ਜੀ ਮੰਨ ਲਓ ਮੇਰੀ ਗੱਲ ਜਿੰਨਾ ਆਪਾਂ ਟੀਵੀ 'ਚ ਦਿਖਾਉਂਦੇ ਹਾਂ ਜਿੰਨਾ ਆਪਾਂ ਕਿਤਾਬਾਂ ਜਾਂ ਰਸਾਲਿਆਂ 'ਚ ਅਖਬਾਰਾਂ 'ਚ ਪੜ੍ਹਦੇ ਹਾਂ ਜਿੰਨੀ ਸਰਕਾਰਾਂ ਸਟੇਟਮੈਂਟ ਦਿੰਦੀਆਂ ਨੇ ਉਸ ਤੋਂ ਦੁੱਗਣਾ ਚੁਗਣਾ ਪ੍ਰੋਬਲਮ ਹੈ ਔਰ ਬੜੀ ਇੱਕ ਅਜੀਬ ਗੱਲ ਹੈ ਕਿ ਸਰਕਾਰ ਕੋਲ ਕੋਈ ਰਜਿਸਟਰੀ ਨਹੀਂ ਹੈ ਕਿ ਕਿੰਨੇ ਲੋਕ ਅੱਜ ਦੇ ਦਿਨ 'ਚ ਡਰੱਗ ਐਡਿਕਟ ਹੈ ਇਹ ਇੱਥੋਂ ਹੀ ਸ਼ੁਰੂ ਕਰ ਲਓ ਨਾ ਜੀ ਜੇ ਤੁਸੀਂ ਇਲਾਜ ਕਰਨਾ ਤੁਹਾਨੂੰ ਯਾਦ ਹੋ ਗਿਆ ਜਦੋਂ HIV ਦਾ ਆਪਾਂ ਇਲਾਜ ਕੀਤਾ ਸੀਗਾ ਏਡਸ ਦਾ ਕੀਤਾ ਸੀਗਾ ਤਾਂ ਕਿੱਦਾਂ ਕੀਤਾ ਸੀ ਸੁਸਾਇਟੀ ਵਿੱਚ ਜਾ ਕੇ ਟੈਸਟ ਕਰਕੇ ਆਪਾਂ ਰਜਿਸਟਰੀ ਬਣਾਉਂਦੇ ਸੀ ਜੀ ਸੋ ਐਂਡ ਸੋ ਇਜ਼ HIV ਅਫੈਕਟਡ ਅੱਜ ਸਰਿੰਜਾਂ ਦੇ ਨਾਲ ਤੁਸੀਂ ਅੰਮ੍ਰਿਤਸਰ ਦੀ ਗੱਲ ਕੀਤੀ ਤਰਨਤਾਰਨ ਦੀ ਗੱਲ ਕੀਤੀ ਪੰਜਾਬ ਇੱਕ ਐਸਾ ਸਟੇਟ ਹੈ ਜਿਹੜੀ ਸਰਿੰਜ ਦੇ ਨਾਲ HIV ਜਿੱਥੇ ਹੁੰਦੀ ਹੈ ਉਹ ਇੰਡੀਆ ਵਿੱਚ ਨੰਬਰ 1 ਸਟੇਟ ਹੈ ਜੀ ਸੋ ਬੱਚੇ ਨਸ਼ੇ ਕਰਦੇ ਨੇ ਔਰ ਉਹੀ ਜਿਹੜੀਆਂ ਨੀਡਲਸ ਨੇ ਉਹ ਅੱਗੇ ਰੀਯੂਜ਼ ਹੁੰਦੀਆਂ ਸੋ ਨੀਡਲ ਦੇ ਨਾਲ ਜਿਹੜੀ HIV ਹੋ ਰਹੀ ਹੈ ਉਹਦੇ ਵਿੱਚ ਪੰਜਾਬ ਨੰਬਰ 1 ਤੇ ਹੈ ਜੀ ਯਾਨੀ ਸਰ ਨਸ਼ਾ ਤਰਾਸਦੀ ਬਣ ਗਿਆ ਬਿਲਕੁਲ ਜੀ ਪੰਜਾਬ ਇੱਕ ਤਰੀਕੇ ਦਾ ਨਰਕ ਬਣ ਗਿਆ ਹੈ ਜੀ ਨਸ਼ਿਆਂ ਦੇ ਕਾਰਨ ਸਾਰੇ ਰੋ ਰਹੇ ਨੇ ਤਰਲੇ ਮਾਰ ਰਹੇ ਨੇ ਡੈਸਪਰੇਸ਼ਨ ਨੇ ਆਵਾਜ਼ਾਂ ਮਾਰ ਰਹੇ ਨੇ ਸਾਨੂੰ ਬਚਾ ਲਓ ਔਰ ਮੈਨੂੰ ਇਹ ਲੱਗਦਾ ਹੈ ਕਿ ਇਹੀ ਕਾਰਨ ਹੈ ਕਿ ਉਹ ਟਰਾਈ ਕਰਦੇ ਰਹਿੰਦੇ ਨੇ ਕਿ ਜੇ ਅੱਛਾ ਆਹ ਸ਼ਾਇਦ ਸਾਨੂੰ ਬਚਾ ਲੈਣਗੇ ਆਹ ਸਾਨੂੰ ਬਚਾ ਲੈਣਗੇ ਅੱਛਾ ਉਹ ਵੀ ਨਹੀਂ ਬਚਾ ਆਹ ਸਾਨੂੰ ਬਚਾਏਗਾ ਲੇਕਿਨ ਬਚਾ ਕੋਈ ਨਹੀਂ ਰਿਹਾ ਜੀ ਉਹਨਾਂ ਨੂੰ ਤੁਸੀਂ ਹੁਣ ਕਿਹਾ ਕਿ ਸ਼ਰਾਬ ਦੀ ਜਿਹੜੀ ਵਿਕਰੀ ਹੈ ਉਹ ਵੀ ਕੰਟਰੋਲਡ ਹੋਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਕਿਉਂਕਿ ਤੁਸੀਂ ਖੁਦ IAS ਆਫੀਸਰ ਰਹੇ ਹੋ ਐਕਸਾਈਜ਼ ਕਹਿੰਦੇ ਸਭ ਤੋਂ ਮਾਲਦਾਰ ਮਹਿਕਮਾ ਉਹ ਮਹਿਕਮਾ ਜਿਸ ਨਾਲ ਸਰਕਾਰ ਦਾ ਰੈਵਨਿਊ ਭਰਿਆ ਜਾਂਦਾ ਹੈ ਖਜ਼ਾਨਾ ਭਰਿਆ ਜਾਂਦਾ ਹੈ ਸਰਕਾਰੀ ਉਸ ਮਹਿਕਮੇ ਦੇ ਵਿੱਚ ਅਗਰ ਸ਼ਰਾਬ ਦੀ ਵਿਕਰੀ ਕੰਟਰੋਲਡ ਹੋਊਗੀ ਤੇ ਕਿਆ ਮਾਲੀ ਨੁਕਸਾਨ ਨਹੀਂ ਹੋਏਗਾ ਤੁਹਾਡੀ ਰਿਪਰੈਜ਼ੈਂਟੇਸ਼ਨ ਦਾ ਪਹਿਲਾ ਮੁੱਦਾ ਹੀ ਇਹੀ ਹੈ ਕਿ ਕੰਟਰੋਲਡ ਕਰੋ ਜੀ ਬਿਲਕੁਲ ਮੇਰਾ ਪਹਿਲਾ ਮੁੱਦਾ ਇਹ ਹੈ ਜੀ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇਸ ਵਰਲਡ ਦੇ ਵਿੱਚ ਜਿਹੜੀ ਨਾਮੀ ਇਕਨੋਮੀਜ਼ ਨੇ ਭਾਵੇਂ ਤੁਸੀਂ ਦੁਬਈ ਲੈ ਲਓ ਭਾਵੇਂ ਤੁਸੀਂ ਕਤਾਰ ਲੈ ਲਓ ਭਾਵੇਂ ਤੁਸੀਂ ਮਾਲਦੀਵਸ ਲੈ ਲਓ ਜਿੱਥੋਂ ਤੁਸੀਂ ਸਾਰੇ ਤੋਂ ਜਾਂਦੇ ਟੂਰਿਜ਼ਮ ਕਰਦੇ ਹੋ ਉੱਥੇ ਸਾਰੀ ਜਗ੍ਹਾ ਨਸ਼ਾ ਸ਼ਰਾਬ ਜਿਹੜੀ ਆ ਉਹ ਅਲਾਉਡ ਨਹੀਂ ਹੈ ਜੀ ਤੇ ਕੀ ਉਹਨਾਂ ਦੀ ਇਕਨੋਮੀ ਬੈਠ ਗਈ ਹੋਈ ਹੈ ਜੀ ਡਰਾਈ ਸਟੇਟਸ ਨਾਟ ਓਨਲੀ ਡਰਾਈ ਸਟੇਟਸ ਜੀ ਬਿਲਕੁਲ ਮਤਲਬ ਉੱਥੇ ਟੋਟਲ ਬੈਨ ਹੈ ਐਕਸੈਪਟ ਫॉर ਵੈਰੀ ਹਾਈਲੀ ਰੈਗੂਲੇਟਡ ਕਿ ਕਿਸੇ 5 ਸਟਾਰ ਹੋਟਲਸ ਕਿਉਂਕਿ ਟੂਰਿਜ਼ਮ ਕਰਕੇ ਤੁਸੀਂ ਥੋੜੀ ਬੋਟੀ ਵੇਚਦੇ ਹੋ ਸੋ ਇਹ ਕਹਿਣਾ ਕਿ ਜੀ ਅਸੀਂ ਮੰਦੇ ਕੰਮਾਂ 'ਚ ਕੱਲ੍ਹ ਨੂੰ ਤੁਸੀਂ ਕਹੋ ਜੀ ਅਸੀਂ ਜੂਆ ਅਲਾਉ ਕਰ ਦਾਂਗੇ ਫਿਰ ਕਹੋਗੇ ਅਸੀਂ ਘੋੜਿਆਂ ਦਾ ਰੇਸਾਂ ਅਲਾਉ ਕਰਾਂਗੇ ਫਿਰ ਤੁਸੀਂ ਕਹੋਗੇ ਜੀ ਅਸੀਂ ਪੱਬ ਖੋਲਾਂਗੇ ਮਤਲਬ ਇਸ ਤਰੀਕੇ ਨਾਲ ਤਾਂ ਕੋਈ ਹੱਦ ਨਹੀਂ ਹੈ ਕਿ ਇਨਕਮ ਲਗਾਉਂਦੇ ਹੋ ਸਕਦਾ ਤੁਸੀਂ ਟੈਕਸ ਲਗਾਉਂਦੇ ਰਹੋ ਔਰ ਲੋਕਾਂ ਨੂੰ ਕਹੋ ਤੁਸੀਂ ਗੰਦੇ ਕੰਮ ਕਰਦੇ ਰਹੋ ਕੀ ਤੁਸੀਂ ਕਨਸਟੀਟਿਊਸ਼ਨ ਨੂੰ ਫਾੜਤਾ ਕੀ ਕਨਸਟੀਟਿਊਸ਼ਨ ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲਸ 'ਚ ਇਹ ਨਹੀਂ ਲਿਖਿਆ ਹੋਇਆ ਕਿ ਸਟੇਟ ਦੀ ਹਰ ਜ਼ਿੰਮੇਵਾਰੀ ਹੈ ਤੁਸੀਂ ਨਸ਼ੇ ਨੂੰ ਘੱਟ ਕਰੋ ਤੇ ਇਹ ਕਿਸ ਤਰ੍ਹਾਂ ਤੁਸੀਂ ਗੱਲ ਕਹਿ ਸਕਦੇ ਹੋ ਜੀ ਅਸੀਂ ਇਹ ਖਜ਼ਾਨੇ ਭਰ ਰਹੇ ਹਾਂ ਸਿਰਫ ਸ਼ਰਾਬ ਤੋਂ ਇੰਡਸਟਰੀਆਂ ਲਗਾਓ IT ਲਗਾਓ ਬਾਕੀ ਚੀਜ਼ਾਂ ਕਰੋ ਲੇਕਿਨ ਤੁਹਾਨੂੰ ਲੱਗਦਾ ਸਰ ਪੰਜਾਬ ਇਸ ਵਕਤ ਜਿਸ ਫਾਈਨੈਂਸ਼ੀਅਲ ਕੰਡੀਸ਼ਨ ਤੋਂ ਗੁਜ਼ਰ ਰਿਹਾ ਹੈ ਉਸ ਕੰਡੀਸ਼ਨ ਦੇ ਤਹਿਤ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੰਟਰੋਲਡ ਵਿਕਰੀ ਹੋ ਸਕਦੀ ਹੈ ਜਾਂ ਫਿਰ ਓਡ ਇਵਨ ਫਾਰਮੂਲਾ ਜਿਹੜਾ ਹੈ ਉਹ ਲਾਗੂ ਹੋ ਸਕਦਾ ਮੈਨੂੰ ਨਾ ਕੇਵਲ ਵਿਸ਼ਵਾਸ ਹੈ ਜੀ ਮੈਨੂੰ ਇਹ ਯਕੀਨ ਹੈ ਕਿ ਇਹ ਕਰਨਾ ਹੀ ਹੋਵੇਗਾ ਔਰ ਕਰਨਾ ਹੀ ਪਵੇਗਾ
ਕਿ ਸਾਡੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਕੀ ਸਾਰੇ ਕਹਿ ਕੇ ਗਏ ਨੇ ਜੀ ਨਸ਼ੇ ਨਹੀਂ ਕਰਨੇ ਹੈ, ਕਿਉਂਕਿ ਦੇਖੋ ਨਸ਼ੇ ਨੇ ਹੀ ਪੰਜਾਬ ਦੀ ਇਕਨੋਮਿਕ ਸਿਚੁਏਸ਼ਨ ਖਰਾਬ ਕੀਤੀ ਹੈ। ਦਾ ਟੋਟਲ ਪ੍ਰੋਡਕਟਿਵਿਟੀ ਆਫ ਦਾ ਸਟੇਟ ਉਹ ਥੱਲੇ ਚਲੀ ਗਈ ਹੈ। ਕਹਿਣ ਦਾ ਮਤਲਬ ਅਸੀਂ ਉਹਨਾਂ ਕੰਮ ਕਰਨ ਜੋਗੇ ਨਹੀਂ ਰਹਿ ਗਏ ਹਾਂ ਜੀ। ਸਾਡੀ ਇੰਡਸਟਰੀਆਂ ਚਲੀ ਗਈਆਂ, ਸਾਡੀ ਇੰਪਲੋਇਮੈਂਟ ਦਰ ਚਲੀ ਗਈ ਹੈ, ਸਾਡੀ ਐਗਰੀਕਲਚਰ ਚਲੀ ਗਈ ਹੈ, ਸਾਡੇ ਯੂਥ ਹੀ ਇੱਥੋਂ ਚਲਾ ਗਿਆ ਹੈ। ਜਦੋਂ ਯੂਥ ਹੀ ਚਲਾ ਜਾਏਗਾ, ਔਰ ਯੂਥ ਪਹਿਲਾਂ ਨੌਕਰੀ ਲੱਭਣ ਜਾਂਦਾ ਸੀ ਜੀ, ਹੁਣ ਬੱਚੇ ਬਾਹਰ ਭੇਜੇ ਜਾ ਰਹੇ ਨੇ ਕਿ ਵੀ ਇੱਥੇ ਪੰਜਾਬ ਰਹਿਣ ਜੋਗਾ ਨਹੀਂ ਰਹਿ ਗਿਆ, ਇਹ ਨਸ਼ਿਆਂ 'ਚ ਨਾ ਕਿਤੇ ਪੈ ਜਾਣ, ਇਹ ਗੈਂਗਸਟਰ 'ਚ ਨਾ ਪੈ ਜਾਣ। ਸੋ ਇਹ ਬਹੁਤ ਗਲਤ ਨੀਤੀ ਹੈ। ਐਕਸਾਈਜ਼ ਪਾਲਿਸੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ ਸ਼ਰਾਬਾਂ ਪੀ ਕੇ ਅਸੀਂ ਪੈਸੇ ਕਮਾਵਾਂਗੇ, ਇਹ ਤਾਂ ਮਤਲਬ ਮੈਂ ਹੁਣ ਟੀਵੀ ਅੱਗੇ ਖੜਾ ਹਾਂ ਤਾਂ ਮੈਂ ਉਹ ਸ਼ਬਦ ਨਹੀਂ ਯੂਜ਼ ਕਰ ਸਕਦਾ, ਪਰ ਸ਼ਰਾਬ ਤੋਂ ਵੀ ਅੱਗੇ ਕਈ ਹੋਰ ਤਰੀਕੇ ਵੀ ਹੁੰਦੇ ਨੇ। ਮੈਂ ਸਰ ਤਾਂ ਕਹਿ ਰਿਹਾ ਸੀ ਕਿਉਂਕਿ ਕਰੋਨਾ ਵੇਲੇ ਵੀ ਠੇਕੇ ਖੁੱਲੇ ਰਹੇ ਸੀ, ਦੁਕਾਨਾਂ ਬੰਦ ਹੋ ਗਈਆਂ ਸੀ, ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀ, ਲੇਕਿਨ ਠੇਕੇ ਖੋਲ ਕੇ ਰੱਖੇ ਹੋਏ ਸੀ ਸਰਕਾਰਾਂ ਨੇ। ਹਾਂਜੀ, ਦੇਖੋ ਸਭ ਤੋਂ ਜ਼ਿਆਦਾ ਐਕਸਾਈਜ਼ ਵੀ ਹੈ ਔਰ ਸਭ ਤੋਂ ਜ਼ਿਆਦਾ ਕਰਪਸ਼ਨ ਕਿੱਥੇ ਹੈ ਜੀ? ਸਭ ਤੋਂ ਜ਼ਿਆਦਾ ਡੋਨੇਸ਼ਨਸ ਕੌਣ ਦੇ ਸਕਦਾ ਹੈ? ਇਹ ਐਕਸਾਈਜ਼ ਦੇ ਠੇਕੇਦਾਰ ਹੀ ਦਿੰਦੇ ਨੇ, ਡਿਸਟਿਲਰੀਆਂ ਦੇ ਮਾਲਕ ਦਿੰਦੇ ਨੇ ਜੀ। ਸਭ ਤੋਂ ਵੱਡੀ ਲੌਬੀ ਜੋ ਹੈ ਵਰਲਡ ਦੇ ਵਿੱਚ ਉਹ ਸ਼ਰਾਬ ਦੀ ਹੈ ਜੀ। ਮਤਲਬ ਅੱਜ ਕਿਸੇ ਦਿਨ ਤੁਸੀਂ ਇਹ ਨਹੀਂ ਦੇਖੋਗੇ ਐਡਵਰਟਾਈਜ਼ਮੈਂਟ ਪੰਜਾਬ ਸਰਕਾਰ ਦੀ ਕਿ ਜੀ ਆਪਣਾ ਵੇਰਕੇ ਦਾ ਦੁੱਧ ਪੀਓ ਜਾਂ ਮੱਖਣ ਖਾਓ, ਕੋਈ ਐਸੀ ਐਡਵਰਟਾਈਜ਼ਮੈਂਟ ਨਹੀਂ ਹੈ। ਐਡਵਰਟਾਈਜ਼ਮੈਂਟ ਸਿਰਫ ਹੈ ਜੀ ਸ਼ਰਾਬ ਪੀਓ। ਸੋ ਮੈਂ ਇਹਦੇ ਬਿਲਕੁਲ ਖਿਲਾਫ ਹਾਂ। ਮੈਂ ਨਹੀਂ ਖਿਲਾਫ ਜੀ, ਪੰਜਾਬ ਦੀ ਹਰ ਮਹਿਲਾ ਇਸ ਦੇ ਖਿਲਾਫ ਹੈ ਔਰ ਪੰਜਾਬ ਦਾ ਹਰ ਪੜ੍ਹਿਆ ਲਿਖਾ ਜਿਹਨੂੰ ਇਕਨੋਮੀ ਸਮਝ ਆਉਂਦੀ ਹੋਏ ਉਹ ਇਸ ਦੇ ਖਿਲਾਫ ਹੈ ਜੀ। ਜੀ, ਤੇ ਕਦੋਂ ਤੱਕ ਸਰ ਰਿਪਰੈਜ਼ੈਂਟੇਸ਼ਨ ਤੁਹਾਡੀ ਤਿਆਰ ਹੋ ਚੁੱਕੀ, ਕਦੋਂ ਤੱਕ ਤੁਸੀਂ ਸੀਐਮ ਸਾਹਿਬ ਨੂੰ ਸੌਂਪ ਦਿਓਗੇ? ਦੇਖੋ ਅਸੀਂ ਤਾਂ ਪ੍ਰਧਾਨ ਮੰਤਰੀ ਜੀ ਨੂੰ ਵੀ ਦੇਣ ਜਾਵਾਂਗੇ ਔਰ ਹਾਲੇ ਕੱਲ੍ਹ ਹੀ ਅਸੀਂ ਇਹ ਖਤਮ ਕੀਤੀ ਹੈ ਤੇ 1-2 ਦਿਨਾਂ 'ਚ ਟਾਈਮ ਲੈ ਕੇ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦੇਵਾਂਗੇ ਜੀ। ਪੀਐਮ ਤੋਂ ਲੈ ਕੇ ਸੀਐਮ ਔਰ ਹੋਰ ਵੀ ਕੁਝ ਪ੍ਰਧਾਨ ਮੰਤਰੀ ਜੀ ਨੂੰ, ਹੋਮ ਮਿਨਿਸਟਰ ਸਾਹਿਬ ਨੂੰ, ਬਿਕੋਜ਼ ਨਸ਼ੇ ਦਾ ਸਬਜੈਕਟ ਜਿਹੜਾ ਐਨਸੀਬੀ ਹੋਮ ਮਿਨਿਸਟਰ ਸਾਹਿਬ ਕੋਲ ਆਉਂਦਾ, ਅਮਿਤ ਸ਼ਾਹ ਜੀ ਕੋਲ, ਉਹਨਾਂ ਵੀ ਦਾਂਗੇ ਔਰ ਚੀਫ ਮਿਨਿਸਟਰ ਪੰਜਾਬ ਨੂੰ ਵੀ ਦਾਂਗੇ ਜੀ। ਬਿਲਕੁਲ, ਦੇਖੋ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਹੈ। ਇੱਕ ਵੱਡਾ ਮਸਲਾ, ਤੁਹਾਨੂੰ ਤਸਵੀਰ ਵੀ ਵਿਖਾ ਦਿੰਦੇ, ਇੱਕ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ, ਇੱਕ ਵੱਡਾ ਸਲੋਗਨ ਵੀ ਇੱਥੇ ਨਜ਼ਰ ਆ ਰਿਹਾ ਤੁਹਾਨੂੰ, ਔਰ ਇਸੀ ਸਲੋਗਨ ਦੇ ਨਾਲ ਸਿੱਧੇ ਤੌਰ ਤੇ ਇੱਕ ਰਿਪਰੈਜ਼ੈਂਟੇਸ਼ਨ ਤਿਆਰ ਹੋ ਰਹੀ ਹੈ। ਦੌਰਾ ਕਰਕੇ ਆਏ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ, ਵੱਖ-ਵੱਖ ਪਿੰਡਾਂ ਦਾ। ਕਹਿ ਰਹੇ ਨੇ ਸਿਚੁਏਸ਼ਨ ਕਾਫੀ ਖਰਾਬ ਹੈ ਔਰ ਇਸ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੀ ਲੋੜ ਹੈ। ਵੇਖਣ ਵਾਲੀ ਗੱਲ ਰਹੀ ਇਹਨਾਂ ਦੀ ਰਿਪਰੈਜ਼ੈਂਟੇਸ਼ਨ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਫੈਸਲਾ ਲੈਂਦੇ ਹੋਏ ਨਜ਼ਰ ਆਉਣਗੇ। ਕੈਮਰਾ ਪਰਸਨ ਅਨਿਲ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ। ਔਰ ਇਹ ਅਸੀਂ ਰਿਪਰੈਜ਼ੈਂਟੇਸ਼ਨ ਦੇਣ ਤੋਂ ਬਾਅਦ ਵੀ ਪ੍ਰੈਸ਼ਰ ਬਣਾਈ ਰੱਖਾਂਗੇ ਜੀ, ਸਿਰਫ ਰਿਪਰੈਜ਼ੈਂਟੇਸ਼ਨ ਦੇ ਕੇ ਭੁੱਲ ਨਹੀਂ ਜਾਣ ਵਾਲੇ ਜੀ। ਥੈਂਕ ਯੂ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਟਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।